ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਭੁਪਿੰਦਰ ਸਿੰਘ ਸੱਜਣ। ਦੋਸਤੋ ਆਪਾਂ ਸਾਰੇ ਜਾਣਦੇ ਹਾਂ, ਖਾਸ ਕਰਕੇ ਸਿੱਖ ਭਾਈਚਾਰਾ ਕਦੇ ਵੀ ਇਸ ਗੱਲ ਨੂੰ ਭੁੱਲਣ ਨੂੰ ਤਿਆਰ ਨਹੀਂ ਹੈ ਕਿ ਜੋ ਸੰਤਾਪ ਸਿੱਖਾਂ ਨੇ 1984 ਦੇ ਵਿੱਚ ਆਪਣੇ ਪਿੰਡ ਦੇ ਉੱਪਰ ਚੱਲਿਆ। 1984 ਸਿੱਖ ਦੰਗੇ ਨਹੀਂ, ਸਿੱਖਾਂ ਦੀ ਨਸਲਕੁਸ਼ੀ ਹੋਈ ਸੀ। ਸਿੱਖ ਕਾਫੀ ਲੰਬੇ ਸਮੇਂ ਤੋਂ ਇਹ ਗੱਲ ਕਹਿੰਦੇ ਆ ਰਹੇ ਨੇ, ਪਰ ਹਾਲੇ भी बहुत सारे ਤੁਹਾਨੂੰ इदां ਦੇ ਪ੍ਰਚਾਰਕ ਮਿਲਣਗੇ, ਬਹੁਤ ਸਾਰੇ ਤੁਹਾਨੂੰ इदां ਦੇ ਆਗੂ ਲੀਡਰ ਮਿਲਣਗੇ, ਬਹੁਤ ਸਾਰੇ ਤੁਹਾਨੂੰ ਸਿੱਖ ਪਰਿਵਾਰ ਵੀ इदां ਦੇ ਮਿਲ ਜਾਣਗੇ ਜਿਹੜੇ ਤੁਹਾਨੂੰ ਇਹ ਕਹਿਣਗੇ ਜਦੋਂ ਗੱਲਾਂ ਕਰਦੇ ਨੇ ਆਪਸ ਵਿੱਚ ਕਿ 1984 ਨੂੰ ਦੰਗੇ ਹੋਏ ਸੀਗੇ। ਮੈਂ ਬੇਨਤੀ ਕਰਾਂ ਜਿਹੜੇ ਸੁਚੇਤ ਸਿੱਖ ਸੀਗੇ ਉਦੋਂ ਵੀ ਤੇ ਅੱਜ ਵੀ, ਉਹ ਕਹਿੰਦੇ ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਦੰਗੇ ਨਹੀਂ ਸੀਗੇ, ਉਹ ਨਸਲਕੁਸ਼ੀ ਸੀ। ਦੰਗਿਆਂ ਤੇ ਨਸਲਕੁਸ਼ੀ ਵਿੱਚ ਫਰਕ ਹੁੰਦਾ ਹੈ। ਦੰਗੇ ਹੁੰਦੇ ਆ ਦੋ ਫਿਰਕਿਆਂ ਦੇ ਵਿੱਚ, ਦੋ ਵੱਖ-ਵੱਖ ਕਮਿਊਨਿਟੀਜ਼ ਦੇ ਲੋਕ ਹੋਣ, ਜੇ ਉਹਨਾਂ ਦੇ ਵਿੱਚ ਝਗੜਾ ਹੋਵੇ, ਲੜਾਈ ਹੋਵੇ ਤਾਂ ਫਿਰ ਜੇ ਕੋਈ ਨੁਕਸਾਨ ਹੋਵੇ ਤਾਂ ਉਹਨੂੰ ਕਿਹਾ ਜਾਂਦਾ ਦੰਗੇ। ਜਿਹੜੇ ਨਸਲਕੁਸ਼ੀ ਹੁੰਦੀ ਹੈ, ਕਿਸੇ ਕੌਮ ਨੂੰ ਮਿੱਥ ਕੇ ਨਿਸ਼ਾਨਾ ਬਣਾ ਕੇ ਉਹਦਾ ਕਤਲੇਆਮ ਕਰਨਾ, ਉਹਦੀ ਨਸਲਕੁਸ਼ੀ ਕਰਨਾ, ਉਹਨੂੰ ਕਿਹਾ ਜਾਂਦਾ ਨਸਲਕੁਸ਼ੀ। ਕਿਸੇ ਕੌਮ ਨੂੰ ਮਿੱਥ ਕੇ ਟਾਰਗੇਟ ਕਰਕੇ ਨਿਸ਼ਾਨਾ ਬਣਾ ਕੇ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਉਹਨੂੰ ਮਾਰਨਾ, ਉਹਨੂੰ ਕਿਹਾ ਜਾਂਦਾ ਨਸਲਕੁਸ਼ੀ। ਸੋ 1984 ਦੇ ਵਿੱਚ ਜਿਹੜੀ ਨਸਲਕੁਸ਼ੀ ਹੋਈ ਸੀਗੀ, ਜਦੋਂ ਜੂਨ 84 ਦੇ ਵਿੱਚ ਸਿੱਖਾਂ ਦੇ ਮੁਕੱਦਸ ਸਥਾਨ ਦੇ ਉੱਪਰ ਟੈਂਕਾਂ ਤੇ ਤੋਪਾਂ ਦੇ ਨਾਲ ਹਮਲਾ ਕੀਤਾ ਗਿਆ, ਉਸ ਤੋਂ ਬਾਅਦ ਨਵੰਬਰ 1984 ਨੂੰ ਦਿੱਲੀ ਦੀਆਂ ਸੜਕਾਂ ਤੋਂ ਇਲਾਵਾ ਹੋਰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਵੱਖ-ਵੱਖ ਸੂਬਿਆਂ ਦੇ ਸ਼ਹਿਰਾਂ ਦੇ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦਾ ਕਤਲੇਆਮ ਕੀਤਾ ਗਿਆ। ਗਲਾਂ ਵਿੱਚ ਟਾਇਰ ਪਾ ਕੇ ਤੇ ਉਹਨਾਂ ਨੂੰ ਜਿਉਂਦਿਆਂ ਸਾੜ ਦਿੱਤਾ ਗਿਆ। ਇਹ ਸਾਰਾ ਸੰਤਾਪ ਜੋ ਸਿੱਖ ਕੌਮ ਨੇ ਆਪਣੇ ਪਿੰਡੇ ਦੇ ਉੱਪਰ ਝੱਲਿਆ, ਸਿੱਖ ਉਹਨੂੰ ਭੁੱਲਣ ਨੂੰ ਤਿਆਰ ਨਹੀਂ ਹੈਗੇ। ਜਿਸ ਮੁਲਕ ਨੂੰ ਆਜ਼ਾਦ ਕਰਵਾਉਣ ਦੇ ਲਈ ਸਿੱਖਾਂ ਨੇ 85% ਤੋਂ ਵੱਧ ਕੁਰਬਾਨੀਆਂ ਕੀਤੀਆਂ, ਉਸ ਮੁਲਕ ਦੀ ਕਿਸੇ ਵੀ ਸਰਕਾਰ, ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਕਦੇ ਵੀ ਕਿਉਂ ਨਾ ਰਹੀ ਹੋਵੇ, ਉਹਨਾਂ ਨੇ ਕਦੇ ਵੀ ਇਹ ਗੱਲ ਨਹੀਂ ਆਖੀ ਆਫੀਸ਼ੀਅਲੀ ਕਿ ਸਿੱਖਾਂ ਦੇ ਨਾਲ ਸਿੱਖਾਂ ਦੀ ਇਹ ਨਸਲਕੁਸ਼ੀ ਹੋਈ ਹੈ ਵੀ ਅਸੀਂ ਇਹਨੂੰ ਮਾਨਤਾ ਦਿੰਦੇ ਹਾਂ, ਇਸ ਗੱਲ ਨੂੰ ਅਸੀਂ ਸਵੀਕਾਰ ਕਰਦੇ ਹਾਂ ਜਾਂ ਇਸ ਗੱਲ ਨੂੰ ਅਸੀਂ ਮਾਨਤਾ ਦਿੰਦੇ ਹਾਂ ਕਿ ਉਦੋਂ ਸਿੱਖਾਂ ਦੀ ਨਸਲਕੁਸ਼ੀ ਹੋਈ ਸੀ। ਦੂਜੇ ਬੰਨੇ ਆਪਾਂ ਅਮਰੀਕਾ ਵਰਗੇ ਮੁਲਕਾਂ ਦੀ ਗੱਲ ਕਰ ਲੈਂਦੇ ਹਾਂ। ਅਮਰੀਕਾ ਵਰਗੇ ਜਿਹੜੇ ਮੁਲਕ ਨੇ, ਉੱਥੋਂ ਦੀ ਵੱਖ-ਵੱਖ ਸਟੇਟ ਜਾਂ ਸੂਬੇ ਕਹਿ ਲਓ, ਉੱਥੇ ਸਿੱਖਾਂ ਦੀ ਨਸਲਕੁਸ਼ੀ ਨੂੰ ਜਿਹੜੀ ਭਾਰਤ ਵਿੱਚ ਹੋਈ ਉਹਨੂੰ ਮਾਨਤਾ ਮਿਲਦੀ ਹੈ। ਸੋ ਹੁਣ ਵੀ ਜਿਹੜੀ ਐਤਕੀ ਵਿਸਾਖੀ ਲੰਘ ਕੇ ਗਈ ਹੈ, ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਵਾਲੇ ਦਿਨ 14 ਅਪ੍ਰੈਲ, ਸੋ ਉਦੋਂ ਉੱਥੇ ਇੱਕ ਸੂਬੇ ਦੇ ਵਿੱਚ ਐਤਕੀ ਵੀ ਮਾਨਤਾ ਦਿੱਤੀ ਗਈ ਹੈ। ਪਹਿਲਾਂ ਵੀ ਇਹ ਮਾਨਤਾ ਦਿੱਤੀ ਗਈ ਸੀ ਕਿਸੇ ਹੋਰ ਸੂਬੇ ਦੇ ਵਿੱਚ। ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦਾ ਕਿ ਅਮਰੀਕਾ ਦੇ ਵਿੱਚ ਜਿੱਦਾਂ ਵੱਖ-ਵੱਖ ਸੂਬੇ ਹੁੰਦੇ ਆ, ਇੱਕ ਸੂਬੇ ਦੀ ਜਾਂ ਇੱਕ ਸਟੇਟ ਨੇ ਮਾਨਤਾ ਦੇਤੀ ਕਿਸੇ ਗੱਲ ਨੂੰ, ਜਾਂ ਫਿਰ ਕਿਸੇ ਹੋਰ ਸਟੇਟ ਨੇ ਵੀ ਮਾਨਤਾ ਦੇਤੀ ਉਸੇ ਗੱਲ ਨੂੰ, ਫਿਰ ਤੀਜੀ ਸਟੇਟ ਨੇ, ਫਿਰ ਚੌਥੀ ਸਟੇਟ ਨੇ। ਸੋ ਇੱਦਾਂ ਹੌਲੀ-ਹੌਲੀ ਫਿਰ ਜਿਹੜਾ ਪੂਰਾ USA ਆ ਜਾਂ ਪੂਰਾ ਅਮਰੀਕਾ ਜਿਹੜਾ ਹੈਗਾ, ਫਿਰ ਇੱਕ ਦਿਨ ਇੱਦਾਂ ਦਾ ਆ ਜਾਂਦਾ ਹੁੰਦਾ ਆ ਜਾਂ ਆ ਜਾਊਗਾ ਜਦੋਂ ਪੂਰੀ ਅਮਰੀਕਾ ਦੀ ਜਿਹੜੀ ਅਮਰੀਕਾ ਮੁਲਕ ਆ ਜਿਹੜਾ, ਫਿਰ ਉਹ ਵੀ ਉਸ ਗੱਲ ਨੂੰ ਮਾਨਤਾ ਦੇ ਦੂੰਗਾ। ਸੋ ਇੱਕ ਪੌੜੀ ਇੱਕ ਸਟੈਪ ਅੱਗੇ ਨੂੰ ਵੱਧ ਰਹੇ ਨੇ ਸਿੱਖ, ਜਿਹੜੇ ਯਤਨਸ਼ੀਲ ਨੇ ਕਿ ਸਿੱਖਾਂ ਦੀ ਨਸਲਕੁਸ਼ੀ ਹੋਈ ਸੀਗੀ, ਆਪਾਂ ਉਹਨੂੰ ਮਾਨਤਾ ਦਿਵਾਉਣੀ ਹੈ। ਸੋ ਵਰਲਡ ਸਿੱਖ ਪਾਰਲੀਮੈਂਟ ਜਿਹੜੀ ਇੱਕ ਸਿੱਖਾਂ ਦੀ ਅੱਜ ਕੱਲ੍ਹ ਇੱਕ ਜਥੇਬੰਦੀ ਹੈ, ਵਿਦੇਸ਼ ਦੀ ਧਰਤੀ 'ਤੇ ਰਹਿ ਕੇ ਕੰਮ ਕਰ ਰਹੀ ਹੈ, ਪਿਛਲੇ 5 ਵਰ੍ਹਿਆਂ ਤੋਂ ਕੰਮ ਕਰ ਰਹੀ ਹੈ। ਸੋ ਵਰਲਡ ਸਿੱਖ ਪਾਰਲੀਮੈਂਟ ਜਿਹੜੀ ਹੈ ਪਿਛਲੇ 5 ਵਰ੍ਹਿਆਂ ਤੋਂ ਸਿੱਖ ਨਸਲਕੁਸ਼ੀ ਨੂੰ ਅਮਰੀਕੀ ਕਾਂਗਰਸ ਦੇ ਰਿਕਾਰਡ ਵਿੱਚ ਮਾਨਤਾ ਦਿਵਾਉਣ ਦੇ ਲਈ ਕੰਮ ਕਰ ਰਹੀ ਹੈ। ਸੋ ਹੁਣ ਉਹਨਾਂ ਨੂੰ ਇਹ ਪ੍ਰਾਪਤੀ ਹੋਈ ਹੈ ਕਿ ਇਸ ਬਾਰੇ, ਜਦੋਂ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ, ਇਸ ਬਾਰੇ ਵਿਸਾਖੀ ਦੇ ਮੌਕੇ 'ਤੇ, ਭਾਵ ਕਿ ਖਾਲਸਾ ਸਾਜਨਾ ਦਿਵਸ ਦੇ ਮੌਕੇ 'ਤੇ, ਜਦੋਂ ਉੱਥੋਂ ਦੇ ਕਾਂਗਰਸਮੈਨ ਰਿਚਰਡ ਨੀਲ ਨੇ ਸਿੱਖਾਂ ਨੂੰ ਵਿਸਾਖੀ ਦੀ ਵਧਾਈ ਦੇਣ ਦੇ ਵਾਸਤੇ ਕਾਂਗਰਸ ਵਿੱਚ ਆਪਣੀ ਸਟੇਟਮੈਂਟ ਦਿੱਤੀ ਅਤੇ ਨਾਲ ਉਹਨਾਂ ਨੇ ਵਿਸਾਖੀ ਨੂੰ ਰਾਸ਼ਟਰੀ ਸਿੱਖ ਦਿਵਸ ਵਜੋਂ ਮਾਨਤਾ ਵੀ ਦਿੱਤੀ ਹੈ, ਤਾਂ ਕਾਂਗਰਸਮੈਨ ਨੇ ਉੱਥੇ ਇਹ ਜ਼ਿਕਰ ਕੀਤਾ ਹੈਗਾ ਵੀ ਸਿੱਖਾਂ ਦੇ ਉੱਪਰ ਜ਼ੁਲਮ ਹੋਏ ਨੇ, ਅਤੇ ਨਾਲ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਸਿੱਖ ਕੌਮ ਭਾਰਤ ਦੇ ਵਿੱਚ 1984 ਦੀ ਸਿੱਖ ਨਸਲਕੁਸ਼ੀ ਦਾ ਵੀ ਸ਼ਿਕਾਰ ਹੋਈ ਹੈ। ਸੋ ਜਿਹੜੇ ਉੱਥੋਂ ਦੇ ਉਹ ਹੈਗੇ ਨੇ, ਉਹਨਾਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈਗਾ, ਉਹਨਾਂ ਨੇ ਇਸ ਗੱਲ ਨੂੰ ਮਾਨਤਾ ਦਿੱਤੀ ਹੈ ਕਿ ਸਿੱਖ 1984 ਨੂੰ ਭਾਰਤ ਵਿੱਚ ਨਸਲਕੁਸ਼ੀ ਦਾ ਸ਼ਿਕਾਰ ਹੋਏ ਨੇ। ਹੁਣ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜੇ ਵਰਲਡ ਸਿੱਖ ਪਾਰਲੀਮੈਂਟ ਦੇ ਵੱਖ-ਵੱਖ ਨੁਮਾਇੰਦੇ ਹੈਗੇ ਨੇ, ਉਹਨਾਂ ਨੇ ਇਸ ਗੱਲ ਦੇ ਬਾਰੇ ਖੁੱਲ੍ਹ ਕੇ ਜਰਾ ਕੁ ਵਿਚਾਰ ਕੀਤੀ ਹੈਗੀ ਆ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹੈਗੇ ਨੇ ਸਰਦਾਰ ਹਿੰਮਤ ਸਿੰਘ ਉਹਨਾਂ ਨੇ ਆਖਿਆ, ਕਹਿੰਦੇ ਕਾਂਗਰਸ ਵਿੱਚ ਵਿਸਾਖੀ ਦੀ ਮਾਨਤਾ ਇਹ ਸਿੱਖ ਕੌਮ ਦੀ ਵੱਡੀ ਪ੍ਰਾਪਤੀ ਹੈ ਅਤੇ ਅਸੀਂ ਇਸ ਸਿੱਖ ਨਸਲਕੁਸ਼ੀ ਨੂੰ ਰਾਸ਼ਟਰੀ ਪੱਧਰ 'ਤੇ ਮਾਨਤਾ ਦਿਵਾਉਣ ਦੇ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਾਂਗੇ। ਕਿਉਂਕਿ ਜਦੋਂ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਪਿਛਲੇ 5 ਵਰ੍ਹਿਆਂ ਤੋਂ ਉਹ ਇਸ ਗੱਲ ਦੇ ਲਈ ਯਤਨਸ਼ੀਲ ਨੇ। ਸੋ ਉਹਨਾਂ ਦਾ ਕਹਿਣਾ ਹੈਗਾ ਕਿ ਆਉਂਦੇ ਸਮੇਂ ਵਿੱਚ ਵੀ ਇਹ ਜਿਹੜੀ ਮਾਨਤਾ ਮਿਲੀ ਹੈ
ਥਰਡ ਲੈਵਲ ਤੇ ਮਿਲੀ ਹੈ, ਜਦੋਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਸਟੇਟ ਲੈਵਲ ਤੇ ਉਹਨੂੰ ਰਾਸ਼ਟਰੀ ਪੱਧਰ ਦੇ ਉੱਪਰ ਮਾਨਤਾ ਦਿਵਾਉਣ ਦੇ ਵਾਸਤੇ ਵੀ ਅਸੀਂ ਆਪਣੀ ਕੋਸ਼ਿਸ਼ ਜਾਰੀ ਰੱਖਾਂਗੇ। ਇਹ ਕਹਿਣਾ ਹੈਗਾ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਸਰਦਾਰ ਹਿੰਮਤ ਸਿੰਘ ਹੋਰਾਂ ਦਾ। ਸੋ ਉਹਨਾਂ ਤੋਂ ਇਲਾਵਾ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਹੈਗੀ ਆ, ਉਹਦੇ ਟੀਮ ਦੇ ਮੈਂਬਰ ਹੈਗੇ ਨੇ ਇੱਕ ਗੁਰਮਿੰਦਰ ਸਿੰਘ ਧਾਲੀਵਾਲ, ਜਿਹੜੇ ਕਿ ਮੈਸਾਚਿਊਸ ਦੇ ਵਿੱਚ ਉੱਥੋਂ ਦੇ ਜਿਹੜੇ ਸ਼ਹਿਰ ਹੈਗੇ ਨੇ, ਇੱਕ ਤਾਂ ਉਹਦੇ ਜਿਹੜੇ ਨਾਮ ਹੈਗੇ ਆ ਜਿਹੜੇ ਉੱਥੇ ਉਹਨਾਂ ਦੇ ਨਾਮ ਵੀ ਥੋੜ੍ਹੇ ਔਖੇ ਜਿਹੇ ਹੁੰਦੇ ਹੈਗੇ ਆ, ਸੋ ਅੰਗਰੇਜ਼ੀ ਵਿੱਚ ਲੈਣੇ ਮੇਰੇ ਲਈ ਤਾਂ ਥੋੜ੍ਹੇ ਔਖੇ ਹੋ ਜਾਂਦੇ ਆ। ਸੋ ਰਿਚਰਡ ਨੀਲ ਜਿਹੜੇ ਕਾਂਗਰਸਮੈਨ ਉੱਥੋਂ ਦੇ, ਮੈਂ ਉਹਦਾ ਨਾਮ ਕੀਤਾ ਥੋੜ੍ਹਾ ਸੌਖਾ ਹੈਗਾ, ਹੋਰ ਨਾਂ ਬੜੇ ਔਖੇ ਜਿਹੇ ਹੈਗੇ ਆ। ਖੈਰ ਚਲੋ, ਉਹਨਾਂ ਨੇ ਜ਼ਿਕਰ ਕੀਤਾ ਹੈਗਾ ਧਾਲੀਵਾਲ ਉਹਨਾਂ ਨੇ, ਉਹ ਕਹਿੰਦੇ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਸਥਾਨਕ ਪ੍ਰਤੀਨਿਧੀ ਜਿਹੜੇ ਹੈਗੇ ਨੇ ਉੱਥੋਂ ਦੇ ਧਾਲੀਵਾਲ ਸਾਹਿਬ, ਉਹਨਾਂ ਦਾ ਕਹਿਣਾ ਹੈਗਾ ਕਿ ਮੈਂ ਵੱਖ-ਵੱਖ ਮੌਕਿਆਂ 'ਤੇ ਸਿੱਖ ਭਾਈਚਾਰੇ ਨੂੰ ਮਾਨਤਾ ਦੇਣ ਲਈ ਕਾਂਗਰਸਮੈਨ ਦਾ ਧੰਨਵਾਦ ਕਰਦਾ ਹਾਂ ਅਤੇ ਮੈਂ ਭਵਿੱਖ ਵਿੱਚ ਵੀ ਉਹਨਾਂ ਦੇ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ। ਗੁਰਮਿੰਦਰ ਸਿੰਘ ਧਾਲੀਵਾਲ ਉਹ ਵੀ ਯਤਨਸ਼ੀਲ ਨੇ ਇਸ ਗੱਲ ਦੇ ਲਈ, ਅਤੇ ਉਹਨਾਂ ਦਾ ਕਹਿਣਾ ਹੈਗਾ ਕਿ ਆਪਾਂ ਅੱਗੋਂ ਵੀ ਜਿਹੜੇ ਹੈਗੇ ਉਹਨਾਂ ਦੇ ਨਾਲ ਕੰਮ ਕਰਦੇ ਰਵਾਂਗੇ ਅਤੇ ਇਹ ਜਿਹੜੀ ਮਾਨਤਾ ਦਿਵਾਈ ਹੈਗੀ ਆ ਮਿਲੀ ਹੈ ਅੱਜ, ਵੀ ਇਹ ਰਾਸ਼ਟਰੀ ਪੱਧਰ ਦੇ ਉੱਪਰ ਵੀ ਇੱਕ ਦਿਨ ਮਿਲ ਜਾਊਗੀ। ਉਹਨਾਂ ਤੋਂ ਇਲਾਵਾ ਸਵਰਨਜੀਤ ਸਿੰਘ ਖਾਲਸਾ ਇੱਕ ਹੈਗੇ ਨੇ ਜੀ, ਜਿਹੜੇ ਕਿ US ਦੇ ਵਿੱਚ ਰਹਿੰਦੇ ਆ, ਔਰ ਪਹਿਲਾਂ ਉਹ ਮੈਨੂੰ ਯਾਦ ਭੁੱਲ ਗਿਆ ਜੀ ਮਾੜਾ ਜਿਹਾ, ਸਰਦਾਰ ਸਵਰਨਜੀਤ ਸਿੰਘ ਖਾਲਸਾ ਉੱਥੇ ਐਜੂਕੇਸ਼ਨ ਬੋਰਡ ਦੇ ਮੈਂਬਰ ਸੀਗੇ ਪਹਿਲਾਂ ਉਹ, ਔਰ ਐਤਕੀ ਜਦੋਂ ਉੱਥੇ ਇਲੈਕਸ਼ਨ ਹੋ ਕੇ ਹਟਿਆ ਪਿੱਛੇ, ਤਾਂ ਉੱਥੇ ਉਹ ਸਿਟੀ ਕੌਂਸਲ ਚੁਣੇ ਗਏ ਹੈਗੇ ਆ, ਸਿਟੀ ਕੌਂਸਲ ਦੇ ਮੈਂਬਰ ਵੀ ਹੈਗੇ ਨੇ, ਅਤੇ ਉਹ ਕਨੈਕਟੀਕਟ ਸਟੇਟ ਤੋਂ ਸਿੱਖ ਨਸਲਕੁਸ਼ੀ ਬਾਰੇ ਅਮਰੀਕਾ ਦੇ ਵਿੱਚ ਪਹਿਲੀ ਮਾਨਤਾ ਜਿਹੜੀ ਕਿ 2018 ਦੇ ਵਿੱਚ ਮਿਲੀ ਸੀਗੀ, ਉਹਦੀ ਅਗਵਾਈ ਵੀ ਕੀਤੀ ਸੀ ਉਹਨਾਂ ਨੇ, ਸਰਦਾਰ ਸਵਰਨਜੀਤ ਸਿੰਘ ਖਾਲਸਾ ਉਹਨਾਂ ਨੇ। ਸੋ ਕਾਫੀ ਜ਼ਿਆਦਾ ਉਹਨਾਂ ਨੇ ਉੱਥੇ ਰਹਿ ਕੇ ਕੰਮ ਕੀਤਾ ਹੈਗਾ, ਔਰ ਅੱਜ ਵੀ ਕਰ ਰਹੇ ਨੇ, ਜ਼ਮੀਨੀ ਪੱਧਰ ਦੇ ਉੱਪਰ ਪ੍ਰੈਕਟੀਕਲ ਕੰਮ ਕਰ ਰਹੇ ਨੇ। ਜਿਹੜੀ ਉਹਨਾਂ ਦੀ ਖੂਬੀ ਹੈ, ਜਿਹੜੀ ਉਹਨਾਂ ਦੀ ਖਾਸੀਅਤ ਹੈ, ਦੇਖੋ ਇੱਕ ਤਾਂ ਹੁੰਦਾ ਕਿ ਮੇਰੇ ਵਰਗੇ ਬੰਦੇ ਇੱਥੇ ਬਹਿ ਕੇ ਗੱਲਾਂ ਕਰਦੇ ਆ, ਸਿਰਫ ਅਸੀਂ ਗੱਲਾਂ ਦੇ ਨਾਲ ਆਪਣਾ ਬੁੱਤਾ ਜਿਹਾ ਲਾਉਂਦੇ ਆ, ਜਾਂ ਅਸੀਂ ਇਹ ਗੱਲ ਕਹਿੰਦੇ ਆ ਕਿ ਚਲੋ ਮੈਂ ਆਪਣੇ ਕੰਮ ਨੂੰ ਛੁਟਿਆ ਕੇ ਵੀ ਨਹੀਂ ਬਹੁਤਾ ਦੱਸਣਾ ਚਾਹੂੰਗਾ। ਮਾਣ ਵੀ ਹੁੰਦਾ ਕਈ ਵਾਰ ਸਾਨੂੰ ਆਪਣੇ ਆਪ ਦੇ ਉੱਪਰ ਕਿ ਮੈਂ ਆਹ ਗੱਲ ਕਰ ਰਿਹਾ, ਜਾਂ ਜਿਹੜੇ ਆਹ ਮਸਲੇ ਹੈਗੇ ਮੈਂ ਉਹਨਾਂ ਨੂੰ ਆਪਣੀ ਕੌਮ ਦੇ ਸਾਹਮਣੇ ਰੱਖਦਾ ਹੈਗਾ ਆ। ਔਰ ਜਿਵੇਂ ਆਹ ਗੱਲ ਜਿਹੜੀ ਹੈਗੀ ਆ, ਮੈਂ ਇੱਥੇ ਭਾਰਤ ਦੇ ਜਾਂ ਪੰਜਾਬ ਦੇ ਜਿਹੜੇ ਸਾਡੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਜਾਂ ਸਾਡੇ ਜਿਹੜੇ ਸਿੱਖ ਪਰਿਵਾਰ ਹੈਗੇ ਆ, ਕਈਆਂ ਨੂੰ ਪਤਾ ਹੀ ਨਹੀਂ ਹੈਗਾ ਵੀ ਉਹ ਉੱਥੇ ਅਮਰੀਕਾ ਦੇ ਵਿੱਚ ਆਹ ਕੰਮ ਹੋ ਰਿਹਾ। ਸੋ ਉਹਨਾਂ ਨੂੰ ਆਪਾਂ ਇੱਕ ਦੱਸਣ ਦਾ ਕਾਰਨ ਬਣਦੇ ਹੈਗੇ ਆ, ਸਾਡਾ ਜਿਹੜਾ ਮਾਧਿਅਮ ਹੈਗਾ ਆਪਣਾ ਸਾਂਝਾ ਪੰਜਾਬ ਚੈਨਲ ਦੇ ਜ਼ਰੀਏ। ਸੋ ਮਾੜਾ ਮੋਟਾ ਮਾਣ ਵੀ ਹੈਗਾ ਆਪਾਂ ਨੂੰ, ਪਰ ਮੈਨੂੰ ਬੜਾ ਮਾਣ ਹੁੰਦਾ ਹੈਗਾ ਜਦੋਂ ਸਾਡੇ ਜਿਹੜੇ ਸਿੱਖ ਪਰਿਵਾਰ ਜਾਂ ਸਾਡੇ ਸਿੱਖ ਜਿਹੜੇ ਵਿਦੇਸ਼ਾਂ ਦੀ ਧਰਤੀ 'ਤੇ ਬਹਿ ਕੇ ਵੀ, ਜਿਹਨਾਂ ਨੂੰ ਆਪਣੀ ਕੌਮ ਦਾ ਫਿਕਰ ਵਾ, ਕੌਮ ਦਾ ਦਰਦ ਵਾ, ਪੰਜਾਬ ਦੀ ਉਹਨਾਂ ਨੂੰ ਇੱਕ ਚੀਜ਼ ਉਹਨਾਂ ਦੇ ਦਿਲ ਦੇ ਵਿੱਚ ਹੈਗੀ ਆ, ਉਹਨਾਂ ਨੂੰ ਪਤਾ ਹੈ ਕਿ ਅਸੀਂ ਪਿੱਛੇ ਆਪਣਾ ਘਰ ਪੰਜਾਬ ਛੱਡ ਕੇ ਆਏ ਹੋਏ ਹਾਂ, ਪੰਜਾਬ ਦੀ ਮਿੱਟੀ ਦੇ ਨਾਲ ਜਿਹਨਾਂ ਨੂੰ ਪਿਆਰ ਹੈਗਾ। ਸੋ ਪ੍ਰੈਕਟੀਕਲ ਕੰਮ ਉੱਥੇ ਬਹਿ ਕੇ ਉਹ ਕਰਦੇ ਨੇ। ਉਹਨਾਂ ਦੇ ਵਿੱਚੋਂ ਸਰਦਾਰ ਸਵਰਨਜੀਤ ਸਿੰਘ ਜੀ ਵੀ ਹੈਗੇ ਨੇ। ਸੋ ਉਹਨਾਂ ਦਾ ਹੁਣ ਕਹਿਣਾ ਹੈਗਾ ਕਿ ਅਸੀਂ ਹੁਣੇ ਕੰਮ ਸ਼ੁਰੂ ਕੀਤਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ US 1984 ਸਿੱਖ ਨਸਲਕੁਸ਼ੀ ਨੂੰ ਉਸੇ ਤਰ੍ਹਾਂ ਮਾਨਤਾ ਦੇਵੇਗਾ ਜਿੱਦਾਂ ਉਹਨਾਂ ਨੇ ਅਰਮੀਨੀਆ ਨਸਲਕੁਸ਼ੀ ਨੂੰ ਦਿੱਤੀ ਸੀਗੀ। ਅਰਮੀਨੀਆ ਤੁਸੀਂ ਜਾਣਦੇ ਹੋਵੋਗੇ, ਗੱਲ ਦੂਜੇ ਪਾਸੇ ਨੂੰ ਚੱਲ ਜਾਣੀ ਆ, ਲੰਬੀ ਹੋ ਜਾਣੀ ਗੱਲ। ਫਿਰ ਜਿੱਦਾਂ ਉਹਨਾਂ ਨੇ ਅਰਮੀਨੀਆ ਜਿਹੜੇ ਸੀਗੇ ਉਹਨਾਂ ਦੀ ਨਸਲਕੁਸ਼ੀ ਹੋਈ ਸੀਗੀ, ਅਰਮੀਨੀਆ ਦੀ ਨਸਲਕੁਸ਼ੀ ਨੂੰ USA ਨੇ ਮਾਨਤਾ ਦਿੱਤੀ ਸੀਗੀ। ਸੋ ਉਹਨਾਂ ਦਾ ਕਹਿਣਾ ਹੈਗਾ ਖਾਲਸਾ ਜੀ ਦਾ ਕਿ ਆਪਾਂ ਇੱਦਾਂ ਦੇ ਉੱਦਮ ਉਪਰਾਲੇ ਜਾਰੀ ਰੱਖਾਂਗੇ, ਔਰ ਸਾਡੇ ਇਹਨਾਂ ਉਪਰਾਲਿਆਂ ਦੇ ਸਦਕਾ USA ਇੱਕ ਦਿਨ ਜਿੱਦਾਂ ਅਰਮੀਨੀਆਈ ਜਿਹੜੇ ਹੈਗੇ ਨੇ ਉਹਨਾਂ ਦੀ ਨਸਲਕੁਸ਼ੀ ਨੂੰ ਮਾਨਤਾ ਦਿੱਤੀ ਸੀਗੀ, ਔਰ ਉਹਨਾਂ ਨੇ ਮੋਹਰ ਲਾਤੀ ਸੀ ਇਸ ਗੱਲ ਦੇ ਉੱਪਰ ਵੀ ਹਾਂ ਵੀ ਇਸ ਕਮਿਊਨਿਟੀ ਦੀ ਨਸਲਕੁਸ਼ੀ ਹੋਈ ਹੈ। ਉਹਨਾਂ ਦਾ ਕਹਿਣਾ ਹੈਗਾ ਕਿ ਇੱਦਾਂ ਹੀ ਇੱਕ ਦਿਨ ਆਊਗਾ ਜਦੋਂ USA ਇਹ ਗੱਲ ਨੂੰ ਪ੍ਰਵਾਨ ਕਰ ਲਊਗਾ ਕਿ ਭਾਰਤ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ ਸੀ। ਮੈਂ ਇੱਕ ਵਾਰ ਫਿਰ ਦੁਹਰਾ ਦਿੰਦਾ, USA ਦੀਆਂ ਵੱਖ-ਵੱਖ ਸਟੇਟਾਂ, ਵੱਖ-ਵੱਖ ਸੂਬੇ ਜਿਹੜੇ ਹੈਗੇ ਨੇ, ਉਹਨਾਂ ਸੂਬਿਆਂ ਵਿੱਚੋਂ ਕਿਸੇ ਇੱਕ ਸਟੇਟ ਨੇ ਮਾਨਤਾ ਦਿੱਤੀ ਹੈ, ਫਿਰ ਕਿਸੇ ਦੂਜੇ ਨੇ ਮਾਨਤਾ ਦੇਤੀ, ਫਿਰ ਕਿਸੇ ਤੀਜੇ ਨੇ ਮਾਨਤਾ ਦੇਤੀ। ਸੋ ਇੱਦਾਂ ਹੌਲੀ-ਹੌਲੀ ਪੌੜੀ, ਇੱਕ ਪੌੜੀ, 2 ਪੌੜੀਆਂ, 3 ਪੌੜੀਆਂ। ਸੋ ਉਹਨਾਂ ਨੂੰ ਉਮੀਦ ਹੈ ਕਿ ਇੱਕ ਦਿਨ ਅਖੀਰਲੇ ਪੌੜੇ 'ਤੇ ਆਪਾਂ ਜਾ ਕੇ ਪਹੁੰਚਾਂਗੇ, ਛੱਤ ਦੇ ਉੱਪਰ ਵੀ ਜਾ ਪਹੁੰਚਾਂਗੇ, ਭਾਵ ਕਿ ਜਿਹੜੀ ਸਿਰੇ ਵਾਲੀ ਗੱਲ ਹੈਗੀ ਆ USA ਵੀ ਇਸ ਗੱਲ ਨੂੰ ਮਾਨਤਾ ਇੱਕ ਦਿਨ ਜ਼ਰੂਰ ਦੇ ਦਊਗਾ। ਸੋ ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਤੇ ਹੈਗੇ ਨੇ ਸਰਦਾਰ ਮਨਪ੍ਰੀਤ ਸਿੰਘ, ਤੇ UK ਤੋਂ ਸਰਦਾਰ ਜੋਗਾ ਸਿੰਘ ਨੇ ਵੀ ਇਸ ਮਾਨਤਾ ਦੇ ਲਈ ਅਮਰੀਕੀ ਅਧਿਕਾਰੀਆਂ ਤੇ ਕਾਂਗਰਸਮੈਨ ਦਾ ਧੰਨਵਾਦ ਕੀਤਾ ਹੈਗਾ। ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਸਪੋਕਸਮੈਨ ਸਰਦਾਰ ਹਰਜਿੰਦਰ ਸਿੰਘ ਨੇ ਨੈਸ਼ਨਲ ਸਿੱਖ ਡੇ ਤੋਂ ਬਾਅਦ ਸਿੱਖ ਨਸਲਕੁਸ਼ੀ ਤੇ ਵਿਸਾਖੀ ਨੂੰ ਮਾਨਤਾ ਮਿਲਣ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਜਦੋਂ ਮੈਂ ਖੁਸ਼ੀ ਲਫ਼ਜ਼ ਪੜ੍ਹਦਾ ਨਾ ਵੀ ਖੁਸ਼ੀ ਦਾ ਇਜ਼ਹਾਰ ਕੀਤਾ, ਮੈਂ ਬੇਨਤੀ ਕਰਾਂ ਜਿਸ ਕੌਮ ਦੀ ਨਸਲਕੁਸ਼ੀ ਹੁੰਦੀ ਆ ਨਾ, ਤੁਹਾਨੂੰ ਸਾਰਾ ਚੇਤੇ ਹੋਊਗਾ ਜਦੋਂ ਤੁਹਾਡਾ ਧਿਆਨ ਉੱਧਰ ਜਾਂਦਾ ਹੈਗਾ, ਜਦੋਂ ਮੇਰਾ ਧਿਆਨ ਜਾਂਦਾ ਨਾ, ਜਦੋਂ ਮੈਂ ਇੱਦਾਂ ਗੱਲ ਕਰਦਾ ਹੈਗਾ ਉਸ ਵੇਲੇ ਚਲੋ ਧਿਆਨ ਇੱਧਰ ਹੁੰਦਾ ਕਿ ਮੈਂ ਤੁਹਾਡੇ ਰੂਬਰੂ ਹੋ ਰਿਹਾ,
ਪਰ ਕਈ ਵਾਰੀ ਮੈਂ ਜਦੋਂ ਤੁਹਾਡੇ ਰੂਬਰੂ ਹੋ ਕੇ ਗੱਲ ਕਰਦਾ ਨਾ, ਜਦੋਂ ਮੇਰਾ ਧਿਆਨ ਉਧਰ ਚਲਿਆ ਜਾਂਦਾ ਹੈਗਾ ਨਾ 1984 ਨੂੰ ਜੋ ਕੁਝ ਵਾਪਰਿਆ ਸੀਗਾ, ਤੁਸੀਂ ਸੋਚ ਕੇ ਵੇਖੋ ਕਿੱਦਾਂ ਦੇ ਹਾਲਾਤ ਹੋਏ ਹੋਣਗੇ। ਪਰਿਵਾਰਾਂ ਦੇ ਵਿੱਚੋਂ ਧੂ ਕੇ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਘਰਾਂ ਚੋਂ ਕੱਢ ਕੇ ਉਹਨਾਂ ਨੂੰ ਜਿਉਂਦਿਆਂ ਅੱਗਾ ਲਾ ਕੇ ਸਾੜ ਦਿੱਤਾ ਗਿਆ। ਘਰ ਦੇ ਵਿੱਚ ਛੋਟੇ ਬੱਚੇ ਹੋਣਗੇ, ਕਿੱਦਾਂ ਉਹ ਆਪਣੇ ਮੰਮੀ ਨੂੰ ਆਪਣੇ ਪਾਪਾ ਨੂੰ ਬੁਲਾਉਂਦੇ ਹੋਣਗੇ, ਪਾਪਾ ਰੋਂਦੇ ਹੋਣਗੇ, ਬਿਲਕਦੇ ਹੋਣਗੇ। ਪਰ ਜ਼ਾਲਮ ਭੀੜਾਂ ਨੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ, ਜਿਨ੍ਹਾਂ ਹਕੂਮਤਾਂ, ਜਿਨ੍ਹਾਂ ਪਾਰਟੀਆਂ ਦੀ ਅਗਵਾਈ ਦੇ ਵਿੱਚ, ਜਿਨ੍ਹਾਂ ਸਿਆਸਤਦਾਨਾਂ ਦੀ ਅਗਵਾਈ ਦੇ ਵਿੱਚ ਆ ਸਾਰਾ ਕੁਝ ਵਾਪਰਿਆ ਸੀਗਾ, ਹਿੰਦ ਹਕੂਮਤ ਦੀ ਅਗਵਾਈ ਦੇ ਵਿੱਚ ਵਾਪਰਿਆ ਸੀਗਾ, ਉਹਨਾਂ ਨੇ ਇਸ ਗੱਲ ਦੀ ਕੋਈ ਪਰਵਾਹ ਨਹੀਂ ਕੀਤੀ। ਉਹਨਾਂ ਨੇ ਕਿਸੇ ਦੇ ਹੰਝੂਆਂ ਦੀ ਕੋਈ ਪਰਵਾਹ ਨਹੀਂ ਕੀਤੀ। ਛੋਟੇ ਬੱਚੇ ਬਿਲਕਦੇ ਰਹਿ ਗਏ, ਪਰ ਉਹਨਾਂ ਦੇ ਸਾਹਮਣੇ ਸਾਰਾ ਕੁਝ ਵਾਪਰ ਗਿਆ, ਬੇਪੱਤੀਆਂ ਹੋ ਗਈਆਂ, ਸਾਰਾ ਕੁਝ ਵਾਪਰ ਗਿਆ। ਸੋ ਕਿੰਨਾ ਇੱਕ ਜ਼ਿਆਦਾ ਦੁੱਖ ਹੈਗਾ ਜਿਹੜੀ ਚੀਜ਼ ਅੱਜ ਵੀ ਸਿੱਖ ਆਪਣੇ ਇੱਥੇ ਦਿਲਾਂ ਦੇ ਵਿੱਚ ਸਮਾ ਕੇ ਬੈਠੇ ਆ। ਔਰ ਜਦੋਂ ਉਹ ਉੱਥੇ ਹੁਣ ਖੁਸ਼ੀ ਦਾ ਜ਼ਿਕਰ ਤੁਸੀਂ ਦੇਖੋ, ਹਾਲਾਤ ਦੇਖੋ ਤੁਸੀਂ ਸਿੱਖ ਕੌਮ ਦੇ ਕਿੱਦਾਂ ਦੇ ਹੈਗੇ ਆ। ਇੱਕ ਪੀੜ ਵਾ, ਇੱਕ ਦਰਦ ਵਾ, ਔਰ ਉਸ ਦਰਦ ਨੂੰ ਕੋਈ ਮੰਨਣ ਨੂੰ ਤਿਆਰ ਨਹੀਂ ਹੈਗਾ ਜੇ ਵੀ ਇਹ ਦਰਦ ਇਹਨਾਂ ਨੇ ਹੰਢਾਇਆ। ਹੁਣ ਉਹ ਜਿਹੜਾ ਦਰਦ ਹੰਢਾਇਆ ਸਿੱਖ ਕੌਮ ਨੇ, ਜਦੋਂ ਕੋਈ ਮੁਲਕ ਉਹਨੂੰ ਮਾਨਤਾ ਦਿੰਦਾ ਹੈਗਾ ਜਾਂ ਕੋਈ ਮੁਲਕ ਮੰਨਦਾ ਇਸ ਗੱਲ ਨੂੰ ਕਿ ਹਾਂ ਬਈ ਅਸੀਂ ਇਸ ਦਰਦ ਨੂੰ ਮਾਨਤਾ ਦਿੰਦੇ ਹਾਂ ਕਿ ਇਹਨਾਂ ਨੂੰ ਆਹ ਦਰਦ ਉੱਥੋਂ ਦੀ ਹਕੂਮਤ ਦਾ ਦਿੱਤਾ ਹੋਇਆ ਝੱਲਣਾ ਪਿਆ ਹੈਗਾ। ਸੋ ਉਸ ਵੇਲੇ ਦਰਦ ਜਿਹੜਾ ਹੈਗਾ ਜਿਨ੍ਹਾਂ ਨੇ ਝੱਲਿਆ ਹੈਗਾ ਉਹਨਾਂ ਨੂੰ ਥੋੜ੍ਹੀ ਜਿਹੀ ਖੁਸ਼ੀ ਹੁੰਦੀ ਆ, ਇਸ ਗੱਲ ਦੀ ਖੁਸ਼ੀ ਹੁੰਦੀ ਆ ਵੀ ਚਲੋ ਸਾਡਾ ਜਿਹੜੀ ਸਾਨੂੰ ਮਾਰ ਪਈ ਆ, ਜਿਹੜੀ ਸਾਨੂੰ ਕੁੱਟ ਪਈ ਆ, ਕਿਸੇ ਨੇ ਮੰਨਿਆ ਤਾਂ ਹੈ ਆ ਨਾ ਵੀ ਇਹਨਾਂ ਨੂੰ ਕੁੱਟ ਪਈ ਆ, ਇਹਨਾਂ ਨੂੰ ਮਾਰ ਪਈ ਆ। ਸੋ ਇਸ ਕਰਕੇ ਇੱਥੇ ਖੁਸ਼ੀ ਦਾ ਜ਼ਿਕਰ ਕੀਤਾ ਹੈਗਾ ਵੀ ਖੁਸ਼ੀ ਦਾ ਇਜ਼ਹਾਰ ਉਹਨਾਂ ਨੇ ਕੀਤਾ ਹੈਗਾ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਕਟਰ ਪ੍ਰਿਤਪਾਲ ਸਿੰਘ ਨੇ ਇਸ ਪ੍ਰਾਪਤੀ ਜਿਹੜੀ ਇਹ ਪ੍ਰਾਪਤੀ ਹੋਈ ਆ ਉਹਦੀ ਖੁਸ਼ੀ ਪ੍ਰਗਟ ਕਰਦਿਆਂ ਹੋਇਆਂ ਸਮੁੱਚੀ ਸਿੱਖ ਲੀਡਰਸ਼ਿਪ ਦੇ ਕੰਮਾਂ ਦੇ ਉੱਪਰ ਤਸੱਲੀ ਤੇ ਹੋਰ ਕੌਮੀ ਮਸਲਿਆਂ ਤੇ ਕੰਮ ਕਰਦੇ ਰਹਿਣ ਦੇ ਲਈ ਸਹਿਯੋਗ ਦਾ ਭਰੋਸਾ ਦਿੱਤਾ ਹੈਗਾ। ਜਦੋਂ ਮੈਂ ਪਹਿਲਾਂ ਜ਼ਿਕਰ ਕਰੀ ਹਟਿਆ ਵੀ ਉਹਨਾਂ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ ਹੈਗਾ। ਦੇਖੋ ਖੁਸ਼ੀ ਆ ਇਹ, ਜਦੋਂ ਮੈਂ ਪਹਿਲਾਂ ਕਹਿ ਕੇ ਹਟਿਆ, ਇੱਕ ਖੁਸ਼ੀ ਹੈ ਇਸ ਗੱਲ ਦੀ ਕਿ ਸਾਨੂੰ ਕੁੱਟ ਪਈ, ਸਾਨੂੰ ਦੁੱਖ ਦਿੱਤੇ ਗਏ, ਸਾਨੂੰ ਇੱਥੋਂ ਦੀ ਹਕੂਮਤ ਦੇ ਵੱਲੋਂ ਦਰਦ ਦਿੱਤਾ ਗਿਆ, ਉਸ ਦਰਦ ਨੂੰ ਕਿਸੇ ਨੇ ਮਾਨਤਾ ਦਿੱਤੀ ਹੈ, ਕਿਸੇ ਨੇ ਉੱਤੇ ਠੱਪਾ ਲਾ ਕੇ ਮੋਹਰ ਲਾਈ ਹੈ ਔਰ ਇਹ ਗੱਲ ਕਹੀ ਹੈ ਕਿ ਹਾਂ ਇਹਨਾਂ ਨੂੰ ਆਹ ਸੰਤਾਪ ਇੱਥੇ ਝੱਲਣਾ ਪਿਆ। ਜਿੱਦਾਂ ਜਿਹੜੇ ਉੱਥੋਂ ਦੇ ਹੈਗੇ ਨੇ ਰਿਚਰਡ ਨੀਲ ਜਿਹੜੇ ਕਾਂਗਰਸਮੈਨ, ਉਹਨਾਂ ਨੇ ਇਸ ਗੱਲ ਦੀ ਮਾਨਤਾ ਦਿੱਤੀ ਹੈ ਕਿ ਹਾਂ ਬਈ ਸਿੱਖਾਂ ਨੂੰ ਇਹ ਸੰਤਾਪ ਉੱਥੇ ਝੱਲਣਾ ਪਿਆ ਔਰ ਉਹਨਾਂ ਨੇ ਇਸ ਗੱਲ ਨੂੰ ਮਾਨਤਾ ਦਿੱਤੀ ਹੈ ਔਰ ਉਹਨਾਂ ਨੇ ਜ਼ਿਕਰ ਕੀਤਾ ਹੈਗਾ ਬਈ ਸਿੱਖਾਂ ਦੇ ਉੱਪਰ ਜ਼ੁਲਮ ਹੋਏ ਨੇ ਤੇ ਸਿੱਖ ਕੌਮ ਭਾਰਤ ਦੇ ਵਿੱਚ 1984 ਦੀ ਸਿੱਖ ਨਸਲਕੁਸ਼ੀ ਦਾ ਵੀ ਸ਼ਿਕਾਰ ਹੋਈ ਹੈ। ਇਹ ਗੱਲ ਉਹਨਾਂ ਨੇ ਉੱਥੇ ਕਹੀ ਹੈ। ਮੈਂ ਬੇਨਤੀ ਕਰਾਂ ਅਖੀਰ ਦੇ ਵਿੱਚ ਜਿੰਨੇ ਵੀ ਸੱਜਣ ਮੇਰੀ ਗੱਲਬਾਤ ਨੂੰ ਸੁਣ ਰਹੇ ਨੇ, ਤੁਸੀਂ ਇੱਕ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਸ਼ੇਅਰ ਇਸ ਕਰਕੇ ਕਰਿਓ ਤਾਂ ਕਿ ਅੱਗੇ ਤਾਂ ਮਨ ਵਿੱਚ ਗੱਲ ਇਹ ਹੁੰਦੀ ਸੀਗੀ ਕਿ ਸ਼ੇਅਰ ਕਰੋ ਵੀ ਵੱਧ ਤੋਂ ਵੱਧ ਵਿਦੇਸ਼ਾਂ ਤੱਕ ਵੀ ਲੋਕਾਂ ਤੱਕ ਜਾ ਕੇ ਪਹੁੰਚੇ, ਪਰਿਵਾਰਾਂ ਤੱਕ ਜਾ ਕੇ ਪਹੁੰਚੇ। ਪਰ ਹੁਣ ਗੱਲ ਇਹ ਆ, ਹੁਣ ਕੰਮ ਉਲਟ ਹੋ ਗਿਆ। ਬੜੀ ਮੈਨੂੰ ਇਸ ਗੱਲ ਦੀ ਵੀ ਤਕਲੀਫ ਹੁੰਦੀ ਆ। ਹੁਣ ਕੰਮ ਉਲਟ ਇਹ ਹੋ ਗਿਆ, ਵਿਦੇਸ਼ਾਂ ਵਾਲਿਆਂ ਨੂੰ ਪਤਾ ਹੈਗਾ, ਵਿਦੇਸ਼ਾਂ ਵਾਲੇ ਆ ਕੰਮ ਕਰ ਰਹੇ ਆ, ਪਰ ਜਿਹੜੇ ਸਾਡੇ ਇੱਥੇ ਹੈਗਾ ਜਿੱਥੇ ਮੈਂ ਰਹਿਣਾ ਹੈਗਾ, ਮੇਰੇ ਗੁਆਂਢ ਵਾਲੇ ਨੂੰ ਪਤਾ ਹੀ ਨਹੀਂ ਹੈਗਾ ਵੀ ਕੀ ਹੋ ਰਿਹਾ ਹੈਗਾ। ਮੇਰੇ ਆਪਣੇ ਪਰਿਵਾਰਾਂ ਨੂੰ ਨਹੀਂ ਪਤਾ ਹੈਗਾ, ਮੇਰੀ ਆਪਦੀ ਕੌਮ ਨੂੰ ਨਹੀਂ ਪਤਾ ਹੈਗਾ, ਮੇਰੇ ਆਪਦੇ ਪੰਜਾਬ ਦੇ ਵਿੱਚ ਰਹਿਣ ਵਾਲੇ ਸਿੱਖ, ਕਈ ਵਾਰ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਹੈਗਾ ਕਿ ਅਮਰੀਕਾ ਦੇ ਵਿੱਚ ਕੀ ਹੋ ਗਿਆ। ਸਾਡੇ ਖਾਤੇ ਵਿੱਚ ਭੁਗਤਣ ਵਾਲੀ ਕੋਈ ਉੱਥੇ ਘਟਨਾ ਹੋਈ ਜਾਂ ਸਾਡੇ ਖਾਤੇ ਵਿੱਚ ਭੁਗਤਣ ਵਾਲਾ ਉੱਥੇ ਕੋਈ ਕੰਮ ਹੋਇਆ, ਨਹੀਂ ਪਤਾ ਹੈਗਾ। ਸੋ ਮੈਂ ਇਸ ਕਰਕੇ ਕਹਿ ਰਿਹਾ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਵਿਦੇਸ਼ਾਂ ਤੱਕ ਵੀ ਪਹੁੰਚੇ, ਪਰ ਇੱਥੋਂ ਵਾਲੇ ਜਿਹੜੇ ਮੇਰੇ ਗੁਆਂਢ ਵਿੱਚ ਬੈਠੇ ਹੋਏ ਜਿਹੜੇ ਆ ਉਹਨਾਂ ਤੱਕ ਵੀ ਇਹ ਜਿਹੜੀ ਆ ਗੱਲ ਜ਼ਰੂਰ ਪਹੁੰਚੇ, ਉਹਨਾਂ ਨੂੰ ਵੀ ਪਤਾ ਲੱਗੇ ਕਿ ਤੁਹਾਡੀ ਕੌਮ ਦੇ ਜਿਹੜੇ ਤੁਹਾਡੇ ਪਰਿਵਾਰਾਂ ਦੇ ਸਿੱਖ ਬਾਹਰ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਜਾ ਕੇ ਬੈਠੇ ਹੋਏ ਨੇ, ਉਹ ਕੋਈ ਨਾ ਕੋਈ ਯਤਨ ਉਪਰਾਲੇ ਕਰਦੇ ਨੇ। ਇੱਦਾਂ ਦੇ ਜਿਹੜੇ ਯਤਨ ਅਤੇ ਉਪਰਾਲੇ ਕੌਮ ਦੀ ਜਿਹੜੀ ਵੱਡੀ ਪ੍ਰਾਪਤੀ ਹੈਗੀ ਆ ਉਸ ਤੱਕ ਪਹੁੰਚਣ ਦੇ ਲਈ ਮੀਲ ਪੱਥਰ ਸਾਬਤ ਹੋਣਗੇ। ਬਹੁਤ ਬਹੁਤ ਧੰਨਵਾਦ।